ਐਤਵਾਰ ਨੂੰ ਹੋਵੇਗਾ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ। ਦਿਨ ਭਰ ਚੱਲੇ ਪ੍ਰਦਰਸ਼ਨ ਤੋਂ ਬਾਅਦ ਪਰਿਵਾਰ ਦੀ ਪ੍ਰਸ਼ਾਸਨ ਦੇ ਨਾਲ ਬਣੀ ਸਹਿਮਤੀ। ਸਰਕਾਰ ਦੇਵੇਗੀ ਪਰਿਵਾਰ ਨੂੰ ਸੁਰੱਖਿਆ ਤੇ ਇੱਕ ਮੈਂਬਰ ਨੂੰ ਨੌਕਰੀ। ਪਰਿਵਾਰ ਦੀ ਮੰਗ ਤੇ ਐਫਆਈਆਰ ਦੇ ਵਿੱਚ ਜੋੜਿਆ ਜਾਵੇਗਾ ਅੰਮ੍ਰਿਤਪਾਲ ਸਿੰਘ ਦਾ ਨਾਮ। ਪੁਲਿਸ ਨੇ ਅੰਮ੍ਰਿਤਪਾਲ ਨੂੰ ਮੋਗਾ ਦੇ ਵਿੱਚ ਕੀਤਾ ਨਜ਼ਰਬੰਦ। ਸੂਰੀ ਦੇ ਕਾਤਲ ਦੀ ਅੰਮ੍ਰਿਤਪਾਲ ਦੇ ਨਾਲ ਸਾਹਮਣੇ ਆਈ ਸੀ ਵੀਡੀਓ। ਸੁਧੀਰ ਸੂਰੀ ਕਤਲकांड ਤੋਂ ਬਾਅਦ ਸੀਐਮ ਮਾਨ ਦਾ ਪਹਿਲਾ ਬਿਆਨ, ਕਿਹਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ, ਤਾਂ ਪਰਿਵਾਰ ਨੂੰ ਇਨਸਾਫ ਦਾ ਦਿੱਤਾ ਭਰੋਸਾ। ਸੁਧੀਰ ਸੂਰੀ ਕਤਲकांड ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਮਾਨ ਸਰਕਾਰ। ਸੁਖਬੀਰ ਬਾਦਲ ਨੇ ਘਟਨਾ ਦੇ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ, ਤਾਂ ਪ੍ਰਤਾਪ ਬਾਜਵਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਸਵਾਲ। ਸੁਧੀਰ ਸੂਰੀ ਦੇ ਕਾਤਲ ਦਾ ਮਿਲਿਆ ਰਿਮਾਂਡ। ਅੰਮ੍ਰਿਤਸਰ ਕੋਰਟ ਨੇ ਮੁਲਜ਼ਮ ਸੰਦੀਪ ਸਨੀ ਨੂੰ 7 ਦਿਨ ਦੀ ਰਿਮਾਂਡ ਤੇ ਭੇਜਿਆ, ਤਾਂ ਐਨਆਈਏ ਵੀ ਸੁਧੀਰ ਸੂਰੀ ਕਤਲकांड ਦੀ ਕਰ ਸਕਦੀ ਹੈ ਜਾਂਚ। ਅਕਾਲੀ ਦਲ ਦਾ ਬੀਬੀ ਜਗੀਰ ਕੌਰ ਨੂੰ ਫਾਈਨਲ ਅਲਟੀਮੇਟਮ, ਚੋਣ ਲੜਨ ਤੋਂ ਪਿੱਛੇ ਹਟਣ ਦੇ ਲਈ ਐਤਵਾਰ ਦੁਪਹਿਰੇ 12 ਵਜੇ ਤੱਕ ਦਾ ਸਮਾਂ। ਤਾਂ ਬੀਬੀ ਜਗੀਰ ਕੌਰ ਨੇ ਪਾਰਟੀ ਤੋਂ ਮੁਅੱਤਲ ਕਰਨ ਦੇ ਉੱਤੇ ਅਨੁਸ਼ਾਸਨੀ ਕਮੇਟੀ ਦੇ ਚੁੱਕੇ ਸਵਾਲ। ਡੇਰਾ ਬਿਆਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ। ਦੋਵਾਂ ਦੇ ਵਿਚਾਲੇ ਕਈ ਮਸਲਿਆਂ ਦੇ ਉੱਤੇ ਹੋਈ ਚਰਚਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਜਦੋਂ ਦਿਨ ਦਿਹਾੜੇ ਕਤਲ ਦੀ ਵਾਰਦਾਤ ਵਾਪਰੀ ਹੋਵੇ ਤੇ ਪਰਿਵਾਰ ਮੰਗ ਕਰ ਰਿਹਾ ਹੋਵੇ ਕਿ ਐਕਸ਼ਨ ਹੋਣਾ ਚਾਹੀਦਾ ਹੈ, ਕਾਤਲਾਂ ਤੱਕ ਪਹੁੰਚਣਾ ਚਾਹੀਦਾ ਹੈ ਪੁਲਿਸ ਨੂੰ, ਤੇ ਇਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਵੇ। ਖੈਰ ਆਖਿਰ ਸਹਿਮਤੀ ਬਣ ਜਾਵੇ ਪ੍ਰਸ਼ਾਸਨ ਦੀ ਅਤੇ ਪਰਿਵਾਰ ਦੇ ਵਿਚਾਲੇ, ਫਿਰ ਫਰਕ ਤਾਂ ਪੈਂਦਾ ਹੈ। ਜੇ ਅਸੀਂ ਜ਼ਿਕਰ ਕਰ ਰਹੇ ਹਾਂ ਸੁਧੀਰ ਸੂਰੀ ਦਾ, ਸ਼ੁੱਕਰਵਾਰ ਨੂੰ ਦੁਪਹਿਰੇ 3:30 ਵਜੇ ਗੋਲੀਆਂ ਮਾਰ ਕੇ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਸੀ। ਲੰਬੀ ਚਰਚਾ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਦੇ ਲਈ ਰਾਜ਼ੀ ਹੋ ਗਿਆ। ਸੁਧੀਰ ਸੂਰੀ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਸ਼ਾਮ ਨੂੰ ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਪਰਿਵਾਰ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨਾਲ ਮਿਲਣ ਪਹੁੰਚੇ। ਕਰੀਬ ਅੱਧਾ ਘੰਟਾ ਦੋਵੇਂ ਧਿਰਾਂ ਦੇ ਵਿਚਾਲੇ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਪਰਿਵਾਰ ਅਤੇ ਹਿੰਦੂ ਜਥੇਬੰਦੀਆਂ ਨੇ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਸਹਿਮਤੀ ਦੇ ਦਿੱਤੀ। ਪਰਿਵਾਰ ਦੇ ਇੱਕ ਖਤਰਾ ਮੰਡਰਾ ਰਿਹਾ ਹੈ, ਉਹਦੀ ਸੁਰੱਖਿਆ ਦੀ, ਅਤੇ ਜੋ ਇਨਵੈਸਟੀਗੇਟਿਵ ਪ੍ਰੋਸੈਸ ਹੈ ਉਹਦੇ ਵਿੱਚ ਜਿਸ ਵੀ ਵਿਅਕਤੀ ਦਾ, ਚਾਹੇ ਉਹ ਕੋਈ ਵੀ ਹੋਵੇ, ਨਾਮ ਆਵੇਗਾ, ਜੋ ਉਸਦਾ ਅੱਗੇ ਰੋਲ ਨਿਕਲ ਕੇ ਆਵੇਗਾ, ਉਸ ਤੇ ਕਾਰਵਾਈ ਕਰਨ ਦੀ ਜੋ ਪਰਿਵਾਰ ਦੀ ਮੰਗ ਸੀ ਉਹ ਵੀ ਸੀਪੀ ਸਰ ਵੱਲੋਂ ਮਨਜ਼ੂਰ ਕਰ ਲਿੱਤੀ ਗਈ। ਦਰਅਸਲ ਸੁਧੀਰ ਸੂਰੀ ਦਾ ਪਰਿਵਾਰ ਮੰਗ ਕਰ ਰਿਹਾ ਸੀ ਕਿ ਇਸ ਕੇਸ ਦੇ ਵਿੱਚ ਐਫਆਈਆਰ 'ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਨਾਮ ਜੋੜਿਆ ਜਾਵੇ, ਜਿਸ ਨੂੰ ਮੰਨ ਲਿਆ ਗਿਆ ਤੇ ਪਰਿਵਾਰ ਫਿਰ ਸਹਿਮਤ ਹੋ ਗਿਆ। ਇਸ ਤੋਂ ਇਲਾਵਾ ਵੀ ਪਰਿਵਾਰ ਦੀਆਂ ਹੋਰ ਮੰਗਾਂ ਨੂੰ ਮੰਨਿਆ ਗਿਆ ਹੈ। ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਐਕਸ਼ਨ ਚਾਹੁੰਦਾ ਹੈ, ਜਿਸ ਦੇ ਉੱਤੇ ਪ੍ਰਸ਼ਾਸਨ ਰਾਜ਼ੀ ਹੋ ਗਿਆ ਤੇ ਅੰਮ੍ਰਿਤਪਾਲ ਦਾ ਨਾਮ ਐਫਆਈਆਰ ਦੇ ਵਿੱਚ ਜੋੜਿਆ ਜਾਵੇਗਾ। ਇਹ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ। ਉਧਰ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਉਰਫ ਸਨੀ ਨੂੰ ਅਦਾਲਤ ਨੇ 7 ਦਿਨ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਦੇ ਅਜੇ ਤੱਕ ਬਿਆਨਾਂ ਤੇ ਉਸਦੇ ਗੱਡੀ ਤੋਂ ਮਿਲੀਆਂ ਤਸਵੀਰਾਂ ਦੇ ਆਧਾਰ ਦੇ ਉੱਤੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਨੇ ਮੁਲਜ਼ਮ ਦੇ ਕੋਲੋਂ 32 ਬੋਰ ਦਾ ਲਾਇਸੈਂਸੀ ਪਿਸਟਲ ਬਰਾਮਦ ਕੀਤਾ ਹੈ। ਹਾਲਾਂਕਿ ਅਜੇ ਪੁਲਿਸ ਇਹ ਸਾਫ਼ ਨਹੀਂ ਕਰ ਸਕੀ ਕਿ ਸੰਦੀਪ ਨੇ ਸੁਧੀਰ ਸੂਰੀ ਨੂੰ ਗੋਲੀ ਮਾਰੀ ਕਿਉਂ। ਉਧਰ 3 ਡਾਕਟਰਸ ਦੀ ਟੀਮ ਨੇ ਸੁਧੀਰ ਸੂਰੀ ਦਾ ਪੋਸਟਮਾਰਟਮ ਕੀਤਾ। ਸੂਰੀ ਨੂੰ ਕੁੱਲ 4 ਗੋਲੀਆਂ ਲੱਗੀਆਂ, ਜਿਨ੍ਹਾਂ ਦੇ ਵਿੱਚੋਂ 3 ਗੋਲੀਆਂ ਉਹਨਾਂ ਦੇ ਸਰੀਰ ਦੇ ਵਿੱਚ ਲੱਗੀਆਂ ਸੀ, ਚੌਥੀ ਮੋਢੇ ਤੋਂ ਆਰ-ਪਾਰ ਹੋ ਗਈ। ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚੀ ਸੀਐਫਐਸਐਲ ਦੀ ਟੀਮ ਨੇ ਵੀ ਵਾਰਦਾਤ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਕੁਝ ਸਬੂਤ ਜੁਟਾਏ। ਤਾਂ ਟੀਮਾਂ ਲੱਗੀਆਂ ਹੋਈਆਂ ਨੇ। ਇਸ ਸਮੇਂ ਜਾਂਚ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ। ਸਭ ਦੇ ਵਿਚਾਲੇ ਮੁੱਖ ਮੰਤਰੀ ਦੀ ਸਟੇਟਮੈਂਟ ਵੀ ਸਾਹਮਣੇ ਆਈ ਤੇ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ ਔਰ ਜਿਸ ਨੇ ਗੋਲੀਆਂ ਚਲਾਈਆਂ ਸੀ ਉਹ ਕਾਬੂ ਹੈ ਤੇ ਜਾਂਚ ਪੁਲਿਸ ਕਰ ਰਹੀ ਹੈ। ਉਧਰ ਸੁਧੀਰ ਸੂਰੀ ਦੇ ਬੇਟੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ।
ਧਮਕੀ ਕਿਸੇ ਵਿਦੇਸ਼ੀ ਨੰਬਰ ਤੋਂ ਦਿੱਤੀ ਗਈ। ਸੂਰੀ ਦੇ ਬੜੇ ਬੇਟੇ ਮਾਨਿਕ ਨੂੰ ਕਾਲ ਆਇਆ ਕਿ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ, ਹੁਣ ਤੁਹਾਡੀ ਵਾਰੀ ਹੈ। ਤੁਹਾਨੂੰ ਵੀ ਧਮਕੀਆਂ ਮਿਲ ਰਹੀਆਂ? ਬਿਲਕੁਲ ਜੀ, ਕਿਸ ਤਰੀਕੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਆਉਂਦੇ ਸੀ ਉਸ ਤਰ੍ਹਾਂ ਮੈਨੂੰ ਆਉਂਦੀਆਂ ਸੀ। ਮੈਂ ਦੱਸਦਾ ਨਹੀਂ ਸੀ, ਮੈਂ ਸਿਰਫ ਫਾਦਰ ਨੂੰ ਦੱਸਦਾ ਸੀ। ਲੇਕਿਨ ਉਹ ਮੇਰੇ ਫਾਦਰ ਨਹੀਂ ਹੈ ਤਾਂ ਹੁਣ ਮੈਂ ਤੇ ਪੁਲਿਸ ਨੂੰ ਦੱਸਾਂਗਾ। ਅੱਗੇ ਉਹ ਫਾਦਰ ਅੱਗੇ ਇਨਫੋਰਮ ਕਰ ਦਿੰਦੇ ਸੀ, ਹੁਣ ਮੈਨੂੰ ਦੱਸਣਾ ਪਏਗਾ। ਉਧਰ ਸੁਦੀਪ ਸੂਰੀ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਕੈਨੇਡਾ ਦੇ ਵਿੱਚ ਬੈਠੇ ਖਾਲਿਸਤਾਨੀ ਦਹਿਸ਼ਤਗਰਦ ਲਖਬੀਰ ਲੰਡਾ ਦੀ ਵੀ ਐਂਟਰੀ ਹੋਈ। ਭਗੌੜੇ ਦਹਿਸ਼ਤਗਰਦ ਲਖਬੀਰ ਲੰਡਾ ਨੇ ਸੋਸ਼ਲ ਮੀਡੀਆ ਦੇ ਉੱਤੇ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ। ਦਹਿਸ਼ਤਗਰਦ ਲਖਬੀਰ ਲੰਡਾ ਪਹਿਲਾਂ ਵੀ ਸੁਦੀਪ ਸੂਰੀ ਦੇ ਕਤਲ ਦੀ ਸਾਜ਼ਿਸ਼ ਨੂੰ ਰਚ ਰਿਹਾ ਸੀ। ਪਿਛਲੇ ਦਿਨੀ ਫੜੇ ਗਏ ਦਹਿਸ਼ਤਗਰਦਾਂ ਦੇ ਕਰੀਬੀਆਂ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ। ਕਾਬਿਲੇ ਗੌਰ ਹੈ ਕਿ ਤਰਨਤਾਰਨ ਦੇ ਵਿੱਚ ਜਿਹੜਾ ਕੱਪੜਾ ਵਪਾਰੀ ਦਾ ਗੁਰਜੰਟ ਸਿੰਘ ਦਾ ਕਤਲ ਕੀਤਾ ਗਿਆ ਸੀ, ਉਸ ਤੋਂ ਬਾਅਦ 4 ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ, ਸ਼ੂਟਰਾਂ ਦੀ ਵੀ। ਤੇ ਉਸ ਤੋਂ ਬਾਅਦ ਹਿੰਦੂ ਆਗੂ ਨਿਸ਼ਾਨੇ ਦੇ ਉੱਤੇ ਨੇ ਇਹ ਚਰਚਾ ਜਾਂ ਫਿਰ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ। ਖੈਰ ਸੁਦੀਪ ਸੂਰੀ ਜਾਂ ਹੋਰ ਵੀ ਕੋਈ ਆਗੂ ਨਿਸ਼ਾਨੇ ਦੇ ਉੱਤੇ ਹੈ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਉਧਰ ਸੁਦੀਪ ਸੂਰੀ ਕਤਲकांड ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿੱਥੇ ਕਿਤੇ ਦੁਕਾਨਾਂ ਬੰਦ ਨਹੀਂ ਸੀ, ਉੱਥੇ ਹਿੰਦੂ ਜਥੇਬੰਦੀਆਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਥਾਵਾਂ ਦੇ ਉੱਤੇ ਹੰਗਾਮਾ ਵੀ ਹੋਇਆ। ਅੰਮ੍ਰਿਤਸਰ 'ਚ ਪੁਲਿਸ ਦੀ ਮੌਜੂਦਗੀ ਦੇ ਵਿੱਚ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਥੋੜਾ ਤਣਾਅ ਵੀ ਬਣਿਆ, ਪਰ ਹਾਲਾਤ ਪੁਲਿਸ ਨੇ ਸੰਭਾਲ ਲਏ। ਹਿੰਦੂ ਜਥੇਬੰਦੀਆਂ ਦੀ ਬੰਦ ਦੀ ਕਾਲ ਦੀ ਵਜ੍ਹਾ ਨਾਲ ਪੰਜਾਬ ਪੁਲਿਸ ਨੇ ਪਹਿਲਾਂ ਤੋਂ ਹੀ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਹਾਲਾਂਕਿ ਅੰਮ੍ਰਿਤਸਰ ਨੂੰ ਛੱਡ ਕੇ ਸੂਬੇ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਬੰਦ ਦਾ ਕੋਈ ਜ਼ਿਆਦਾ ਅਸਰ ਨਜ਼ਰ ਨਹੀਂ ਆਇਆ। ਕੀ ਅਸਰ ਹੈ ਜ਼ਮੀਨੀ ਸਤਰ ਤੇ, ਇਸ ਲਈ ਜਾਣਨ ਵਾਸਤੇ ਅਸੀਂ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਚੌੜਾ ਬਾਜ਼ਾਰ ਦੇ ਵਿੱਚ। ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਿੰਦਾ ਕਿ ਕਿਸ ਕਦਰ ਆਵਾਜਾਈ ਬਿਲਕੁਲ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਹੈ। ਉਹ ਦੁਕਾਨਾਂ ਖੁੱਲੀਆਂ ਨੇ। ਬੇਸ਼ੱਕ ਹਿੰਦੂ ਸੰਗਠਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅੱਜ ਬੰਦ ਦੀ ਕਾਲ ਹੈ, ਪਰ ਕਿਤੇ ਨਾ ਕਿਤੇ ਕੁਝ ਹਿੰਦੂ ਸੰਗਠਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਉਹ ਸਿਰਫ ਔਰ ਸਿਰਫ ਅੰਮ੍ਰਿਤਸਰ 'ਚ ਦਿੱਤੀ ਗਈ ਸੀਗੀ, ਨਾ ਕਿ ਪੂਰੇ ਪੰਜਾਬ ਦੇ ਵਿੱਚ। ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਬੰਦ ਦਾ ਅਸਰ ਜਿਹੜਾ ਨਹੀਂ ਦਿਖਾਈ ਦੇ ਰਿਹਾ ਵਾ। ਖੈਰ ਕੁੱਲ ਮਿਲਾ ਕੇ ਬੰਦ ਦਾ ਅਸਰ ਕੁਝ ਥਾਵਾਂ ਦੇ ਉੱਤੇ ਨਜ਼ਰ ਆਇਆ। ਕੁਝ ਥਾਵਾਂ ਦੇ ਉੱਤੇ ਜਿਹੜੇ ਹਿੰਦੂ ਜਥੇਬੰਦੀਆਂ ਦੇ ਆਗੂ ਨੇ ਉਹ ਪ੍ਰਦਰਸ਼ਨ ਕਰਦੇ ਨਜ਼ਰ ਆਏ। ਖੈਰ ਜਦੋਂ ਇੱਕ ਸ਼ਖਸ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਵੇ ਤੇ ਦੂਜੇ ਪਾਸੇ ਇਸ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋਵੇ ਔਰ ਪੁਲਿਸ ਵੀ ਐਕਸ਼ਨ ਮੋਡ 'ਚ ਨਜ਼ਰ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਜਲੰਧਰ ਦੇ ਨਕੋਦਰ ਚੌਕ ਦੇ ਉੱਤੇ ਇੱਕ ਨੌਜਵਾਨ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਉਲਝ ਪਿਆ ਅਤੇ ਹੱਥੋਂ-ਪਾਈ ਤੇ ਉਤਰ ਆਇਆ। ਨੌਜਵਾਨ ਨੇ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਧੱਕਾ ਦਿੱਤਾ ਤੇ ਫਿਰ ਪੁਲਿਸ ਮੁਲਾਜ਼ਮ ਨੇ ਵੀ ਉਸ ਦਾ ਗਲਾ ਫੜ ਲਿਆ। ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਆਪਣੀ ਕਾਰ ਰੋਂਗ ਸਾਈਡ ਪਾਰਕ ਕਰਕੇ ਰੱਖੀ ਸੀ ਅਤੇ ਪੁਲਿਸ ਮੁਲਾਜ਼ਮ ਨੇ ਜਦੋਂ ਚਲਾਨ ਕੱਟਿਆ ਤੇ ਨੌਜਵਾਨ ਉਸ ਦੇ ਨਾਲ ਉਲਝ ਗਿਆ ਤੇ ਹੱਥੋਂ-ਪਾਈ ਸ਼ੁਰੂ ਕਰ ਦਿੱਤੀ। ਹਾਲਾਂਕਿ ਨੌਜਵਾਨ ਪੁਲਿਸ ਮੁਲਾਜ਼ਮ ਦੇ ਉੱਤੇ ਥੱਪੜ ਮਾਰਨ ਦਾ ਇਲਜ਼ਾਮ ਲਗਾਉਂਦਾ ਰਿਹਾ, ਜੋ ਵੀਡੀਓ ਦੇ ਵਿੱਚ ਵੀ ਬੋਲਦਾ ਸੁਣਾਈ ਦੇ ਰਿਹਾ ਹੈ। ਕਿਹਨੇ ਥੱਪੜਾ ਗੱਲ ਤੇ ਤੂੰ ਪੈਂਟ ਆੜ ਕਾਟ ਆ ਵੇਖ ਲੋ ਗੱਲ ਪੈਂਟ ਇਧਰ ਆ ਵੇਖ ਲੋ। ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਸ ਦੀ ਗੱਡੀ ਦਾ ਚਲਾਨ ਚਿਪਕਾਉਣ ਲੱਗੇ ਤਾਂ ਨੌਜਵਾਨ ਨੇ ਪਹਿਲਾਂ ਪੈਨ ਖੋਲਿਆ ਅਤੇ ਫਿਰ ਹੱਥੋਂ-ਪਾਈ ਸ਼ੁਰੂ ਕਰ ਦਿੱਤੀ। ਇੱਕ ਵਿਅਕਤੀ ਜਿਹੜਾ ਆਇਆ ਭੱਜਾ ਹੀ, ਉਹਨੇ ਮੇਰਾ ਹੱਥ ਤੇ ਮੇਰਾ ਪੈਨ ਫੜ ਲਿਆ। ਉਹ ਕਹਿੰਦਾ ਸਟicker ਨਹੀਂ ਲਾਉਣਾ। ਚਲੋ ਅਸੀਂ ਲਾ ਕੇ ਆਪਣੀ ਗੱਡੀ ਕੋ ਆ ਗਏ ਵਾਪਸ। ਉਸ ਤੋਂ ਬਾਅਦ ਆ ਕੇ ਸਾਡੀ ਗੱਡੀ ਕੋ ਆ ਗਿਆ। ਗੱਡੀ ਕੋ ਆ ਕੇ ਸਾਡੇ ਉਹ ਹੱਥੋਂ-ਪਾਈ ਹੋਇਆ। ਵਜ੍ਹਾ ਕੁਝ ਵੀ ਹੋਵੇ, ਡਿਊਟੀ ਦੇ ਉੱਤੇ ਤੈਨਾਤ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਉਲਝਣਾ ਅਪਰਾਧ ਜ਼ਰੂਰ ਹੈ। ਪਰ ਦੂਜੇ ਪਾਸੇ ਜੇਕਰ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਨੌਜਵਾਨ ਦੇ ਥੱਪੜ ਮਾਰਿਆ ਗਿਆ ਜੋ ਇਲਜ਼ਾਮ ਲੱਗ ਰਹੇ ਨੇ ਤਾਂ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਜੇਕਰ ਕਿਸੇ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਤਾਂ ਚਲਾਨ ਹੋ ਸਕਦਾ ਹੈ, ਕੁੱਟਮਾਰ ਤਾਂ ਪੁਲਿਸ ਵੀ ਨਹੀਂ ਕਰ ਸਕਦੀ। ਖੈਰ ਜਦੋਂ ਪੁਲਿਸ ਤੇ ਇੱਕ ਸ਼ਖਸ ਸ਼ਰੇ ਬਾਜ਼ਾਰ ਹੱਥੋਂ-ਪਾਈ ਹੋਣ ਲੱਗ ਪੈਣ, ਪੁਲਿਸ ਦੀ ਵਰਦੀ ਨੂੰ ਹੱਥ ਪੈ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਖਬਰ ਬਰਨਾਲਾ ਤੋਂ ਹੈ। ਬਰਨਾਲਾ ਦੇ ਸੰਧੂ ਪੱਤੀ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੀ ਵਜ੍ਹਾ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਆਪਣੀ ਸਾਰੀ ਕਮਾਈ ਨਸ਼ੇ ਦੇ ਉੱਤੇ ਹੀ ਉਡਾ ਦਿੰਦਾ ਸੀ। ਘਰ ਦੀ ਹਾਲਤ ਇੰਨੀ ਖਰਾਬ ਹੈ ਕਿ ਘਰ ਦੇ ਵਿੱਚ ਕੋਈ ਬੂਹਾ ਜਾਂ ਤਾਕੀ ਵੀ ਨਹੀਂ ਹੈ। ਸਰਕਾਰਾਂ ਦੀ ਨਲਾਇਕੀ ਨਾਲ ਕਾਰਨ ਉਹਨੂੰ ਨਸ਼ੇ ਦੀ ਅੱਤ ਲੱਗ ਗਈ ਸੀ।
ਉਦੋਂ ਬਾਅਦ ਥੋੜਾ ਸਮਾਂ ਲੰਘਦਾ ਗਿਆ, ਘਰ ਦੇ ਹਾਲਾਤ ਦੇਖ ਲਓ, ਘਰ ਦੇ ਹਾਲਾਤ ਹੀ ਦੱਸਦੇ ਆ ਵੀ ਕਿੰਨਾ ਮਸਾ ਵੀ ਨਸ਼ੇ ਨੇ ਸਾਡਾ ਘਰ ਬਰਬਾਦ ਕਰਤਾ। ਨੌਜਵਾਨ ਦੇ ਪਰਿਵਾਰ ਵਾਲੇ ਨਸ਼ੇ ਦੇ ਲਈ ਸਰਕਾਰਾਂ ਨੂੰ ਹੀ ਜ਼ਿੰਮੇਵਾਰ ਦੱਸ ਰਹੇ ਨੇ ਅਤੇ ਮੰਗ ਕਰ ਰਹੇ ਨੇ ਕਿ ਨਸ਼ੇ ਦੇ ਖਿਲਾਫ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਤਾਂ ਕਿ ਸਾਡੇ ਜੋ ਨੌਜਵਾਨ ਨਸ਼ੇ ਦੀ ਵਜ੍ਹਾ ਨਾਲ ਮਰ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਤਾਂ ਨਸ਼ੇ ਦੀ ਵਜ੍ਹਾ ਦੇ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਔਰ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ, ਪਰ ਸਵਾਲ ਇਹ ਹੈ ਕਿ ਇਹ ਕੋੜ ਕਿਵੇਂ ਖਤਮ ਹੋਏਗਾ ਤੇ ਇਹ ਮੌਤਾਂ ਦਾ ਸਿਲਸਿਲਾ ਕਿਵੇਂ ਰੁਕੇਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ ਪਿੰਡ ਸਨੇਤ ਦੇ ਸਰਕਾਰੀ ਸਕੂਲ ਦੇ ਬਾਥਰੂਮ ਦੇ ਵਿੱਚ 9 ਸਾਲ ਦਾ ਇੱਕ ਵਿਦਿਆਰਥੀ ਬੇਹੋਸ਼ ਹੋ ਗਿਆ। ਸਕੂਲ ਦੇ ਸਟਾਫ ਨੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਦਿਆਰਥੀ ਵੈਂਟੀਲੇਟਰ ਦੇ ਉੱਤੇ ਨੇ। ਵਿਦਿਆਰਥੀਆਂ ਦੀ ਮਾਂ ਦੀ ਮੰਨੀਏ ਤਾਂ ਬੇਟੇ ਦੇ ਗਲੇ ਦੇ ਵਿੱਚ ਰੱਸੀ ਵਰਗੇ ਨਿਸ਼ਾਨ ਨੇ। ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦੇ ਕਤਲ ਦੀ ਕੋਸ਼ਿਸ਼ ਕੀਤੀ है। 9 साल की थी, दूसरी क्लास में पढ़ती थी, तो उसे पेट में इतना मारा गया, गुर्दे से फेल और मेरे बच्चे को फांसी लगा दिया गया। ये स्कूल में कौन होते। ਸਕੂਲ ਸਟਾਫ ਦੇ ਮੁਤਾਬਕ ਦੁਪਹਿਰ ਦੇ ਸਮੇਂ ਲੜਕਾ ਬਾਥਰੂਮ ਗਿਆ ਸੀ। ਜਦੋਂ ਨਹੀਂ ਪਰਤਿਆ ਤਾਂ ਸਕੂਲ ਸਟਾਫ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਬਾਥਰੂਮ ਦੇ ਵਿੱਚ ਬੇਹੋਸ਼ ਪਾਇਆ ਗਿਆ। ਡਾਕਟਰ ਆਪਾਂ ਨੂੰ ਦੱਸਣਗੇ, ਉਹਦੀ ਤਫਤੀਸ਼ ਜਾਰੀ ਹੈ ਤੇ ਜਿਹੜਾ ਆਪਣਾ ਹੈਗਾ ਪ੍ਰਿੰਸੀਪਲ ਸਾਹਿਬ ਖੁਦ ਜਦੋਂ ਉਹਨੇ ਦੇਖਿਆ ਬੱਚਾ ਡਿੱਗਿਆ ਹੋਇਆ ਤਾਂ ਉਹਨੂੰ ਨਾਲ ਲੈ ਕੇ ਹਸਪੀਟਲ ਐਡਮਿਟ ਕਰਵਾਇਆ। ਪੁਲਿਸ ਪਰਿਵਾਰ ਦੇ ਇਲਜ਼ਾਮਾਂ ਦੀ ਵੀ ਜਾਂਚ ਕਰ ਰਹੀ ਹੈ। ਵਿਦਿਆਰਥੀ ਦੀ ਪਛਾਣ ਮੁਹੰਮਦ ਮਹਿਫੂਜ਼ ਦੇ ਰੂਪ ਦੇ ਵਿੱਚ ਹੋਈ ਹੈ। ਮਹਿਫੂਜ਼ ਦੂਜੀ ਕਲਾਸ ਦਾ ਵਿਦਿਆਰਥੀ ਹੈ। ਤਾਂ ਬੱਚੇ ਨੂੰ ਕਿਸਨੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਕੁੱਟਿਆ ਜਾਂ ਫਿਰ ਆਖਿਰ ਬਾਥਰੂਮ ਦੇ ਵਿੱਚ ਕੀ ਕੁਝ ਹੋਇਆ, ਇੱਕ ਵੱਡਾ ਸਵਾਲ ਹੈ। ਪਰ ਬੱਚੇ ਦੇ ਨਾਲ ਜੋ ਸਲੀਕਾ ਹੋਇਆ ਉਸਨੇ ਸਵਾਲ ਸਕੂਲ ਪ੍ਰਸ਼ਾਸਨ ਦੇ ਉੱਤੇ ਕਈ ਖੜੇ ਜ਼ਰੂਰ ਕਰ ਦਿੱਤੇ ਨੇ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ ਹੈ। ਅੱਜ ਦਾ ਸਵਾਲ ਟ੍ਰੈਫਿਕ ਪੁਲਿਸ ਦੇ ਨਾਲ ਜੁੜਿਆ ਹੋਇਆ। ਖਬਰ ਅਸੀਂ ਤੁਹਾਨੂੰ ਦਿਖਾਈ, ਟ੍ਰੈਫਿਕ ਪੁਲਿਸ ਦੇ ਨਾਲ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਨੌਜਵਾਨ ਉਲਝ ਗਿਆ, ਗੱਲ ਹੱਥੋਂ ਪਾਈ ਤੱਕ ਪਹੁੰਚ ਗਈ। ਇਸ ਕਰਕੇ ਟ੍ਰੈਫਿਕ ਪੁਲਿਸ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛ ਰਹੇ ਹਾਂ, ਦੁਨੀਆ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਸ਼ੁਰੂਆਤ ਕਦੋਂ ਹੋਈ? 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। A 1696, B 1722, C 1781 ਜਾਂ D 1803। ਕਦੋਂ ਦੁਨੀਆ ਨੂੰ, ਕਿਹੜੇ ਮੁਲਕ ਨੂੰ ਸਭ ਤੋਂ ਪਹਿਲਾਂ ਇਹ ਅਹਿਸਾਸ ਹੋਇਆ ਕਿ ਹਾਂ ਟ੍ਰੈਫਿਕ ਦੇ ਲਈ ਅਲੱਗ ਤੋਂ ਪੁਲਿਸ ਹੋਣੀ ਚਾਹੀਦੀ ਹੈ? ਕਿਉਂਕਿ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਅੱਜ ਤੋਂ 50 ਸਾਲ ਪਹਿਲਾਂ ਨਾ ਤਾਂ ਕਾਰਾਂ ਇਸ ਤਰੀਕੇ ਨਾਲ ਸੀ, ਨਾ ਸਕੂਟਰ, ਨਾ ਸਾਈਕਲ ਜ਼ਿਆਦਾ ਸੀ, ਇਸ ਕਰਕੇ ਸੜਕਾਂ ਵੀ ਜ਼ਿਆਦਾ ਨਹੀਂ ਸੀ। ਇਸ ਕਰਕੇ ਟ੍ਰੈਫਿਕ ਵਰਗੀ ਸਮੱਸਿਆ ਤਾਂ ਹੁੰਦੀ ਨਹੀਂ ਹੋਣੀ। ਔਰ ਪਿਛਲੇ 20 ਸਾਲਾਂ ਦੇ 25 ਸਾਲਾਂ ਦਾ ਵੀ ਇਤਿਹਾਸ ਅਸੀਂ ਚੁੱਕ ਕੇ ਦੇਖੀਏ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਸਹਿਮਤ ਹੋਣਗੇ ਕਿ ਟ੍ਰੈਫਿਕ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰਾ ਵੱਧ ਗਿਆ ਹੈ। ਚੰਡੀਗੜ੍ਹ ਆਓ, ਦਿੱਲੀ ਜਾਓ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ, ਇਨਫੈਕਟ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਵੀ ਅੱਜ ਖੂਬ ਟ੍ਰੈਫਿਕ ਨਜ਼ਰ ਆਉਂਦਾ ਹੈ। ਪਰ ਟ੍ਰੈਫਿਕ ਪੁਲਿਸ ਤਾਂ ਕਰੀਬ 200 ਸਾਲ ਪਹਿਲਾਂ, 200-250 ਸਾਲ ਪਹਿਲਾਂ ਹੋਂਦ ਦੇ ਵਿੱਚ ਆ ਗਈ ਸੀ। ਕਿਸ ਨੂੰ ਲੱਗਿਆ ਹੋਏਗਾ, ਕਿਹੜੇ ਮੁਲਕ ਨੂੰ ਲੱਗਿਆ ਹੋਏਗਾ ਕਿ ਹਾਂ ਟ੍ਰੈਫਿਕ ਪੁਲਿਸ ਦੀ ਜ਼ਰੂਰਤ ਹੈ? ਤੁਹਾਨੂੰ ਦੱਸਾਂਗੇ ਇਸ ਸਵਾਲ ਦਾ ਜਵਾਬ ਪ੍ਰੋਗਰਾਮ ਦੇ ਆਖਿਰ ਦੇ ਵਿੱਚ। ਅੱਗੇ ਵਧਦੇ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਲੱਖਾ ਸਿਧਾਣਾ ਤੇ ਭਾਨਾ ਸਿੱਧੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜੀ ਹਾਂ, ਬਰਨਾਲਾ ਦੇ ਵਿੱਚ ਦੋਵਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ। ਟੋਲ ਪਲਾਜ਼ਾ ਦੇ ਅੰਗਰੇਜ਼ੀ ਬੋਰਡ ਦੇ ਉੱਤੇ ਕਾਲਖ ਮਲਣ ਦਾ ਇਹ ਪੂਰਾ ਮਾਮਲਾ ਹੈ। ਤੁਹਾਨੂੰ ਦੱਸ ਦਈਏ ਕਿ FIR ਦੇ ਵਿੱਚ 10 ਤੋਂ 12 ਅਣਪਛਾਤਿਆਂ ਦੇ ਖਿਲਾਫ ਵੀ ਮਾਮਲਾ ਦਰਜ ਹੈ। ਲੱਖਾ ਸਿਧਾਣਾ ਔਰ ਦੂਜਾ ਨਾਮ ਹੈ ਭਾਨਾ ਸਿੱਧੂ। ਇਹ ਖੂਬ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਨਾਮ ਹੈਗੇ ਨੇ ਟੋਲ ਪਲਾਜ਼ਾ ਦੇ ਉੱਤੇ, ਕਿਉਂਕਿ ਇਸ ਤੋਂ ਪਹਿਲਾਂ ਵੀ ਲੱਖਾ ਸਿਧਾਣਾ ਦੇ ਵੱਲੋਂ ਜਿਹੜੇ ਬੋਰਡ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਉੱਤੇ ਅੰਗਰੇਜ਼ੀ, ਫਿਰ ਹਿੰਦੀ, ਫਿਰ ਪੰਜਾਬੀ ਸੀ, ਤਾਂ ਉਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਤੇ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਅੰਗਰੇਜ਼ੀ ਦੇ ਵਿੱਚ ਬੋਰਡ ਲੱਗਿਆ ਸੀ ਉਸ ਦੇ ਉੱਤੇ ਕਾਲਖ ਮਲ ਦਿੱਤੀ ਗਈ। ਤਾਂ ਉਸ ਨੂੰ ਲੈ ਕੇ ਇਹ ਪਰਚਾ ਦਰਜ ਕੀਤਾ ਗਿਆ ਕਿ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। ਖੈਰ, ਜਦੋਂ ਵਿਰੋਧ ਕੋਈ ਕਰ ਰਿਹਾ ਹੋਵੇ ਪਰ ਵਿਰੋਧ ਕਰਨ ਦੇ ਵਿਚਾਲੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਵੇ ਔਰ ਉਸ ਤੋਂ ਬਾਅਦ ਪੁਲਿਸ ਐਕਸ਼ਨ ਕਰੇ ਔਰ ਪਰਚਾ ਦਰਜ ਕਰ ਦੇਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਗੜਸ਼ੰਕਰ ਦੇ ਇੱਕ ਪਰਿਵਾਰ ਤੋਂ ਭੂਤ ਪ੍ਰੇਤ ਦਾ ਡਰ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਕਰ ਲਈ ਗਈ।
ਠੱਗੀ ਦੇ ਸ਼ਿਕਾਰ ਪਰਿਵਾਰ ਦਾ ਇਲਜ਼ਾਮ ਹੈ ਕਿ ਬਾਬਾ ਦਿਲਬਰ ਨਾਮ ਦੇ ਇੱਕ ਸ਼ਖਸ ਨੇ ਉਹਨਾਂ ਨੂੰ ਅੰਧ ਵਿਸ਼ਵਾਸ ਦੇ ਚੱਕਰ ਦੇ ਵਿੱਚ ਅਜਿਹਾ ਪਾਇਆ ਕਿ ਉਸ ਦੀਆਂ ਗੱਲਾਂ ਦੇ ਵਿੱਚ ਫਸ ਕੇ ਰਹਿ ਗਏ। ਬਾਬਾ ਨੇ ਫਿਰ ਧੀ ਦੇ ਵਿਆਹ ਨੂੰ ਲੈ ਕੇ ਉਸ ਨੂੰ ਵਿਦੇਸ਼ ਭੇਜਣ ਦੀ ਚਾਲ ਚੱਲੀ ਅਤੇ ਲੱਖਾਂ ਰੁਪਏ ਲੁੱਟ ਲਏ। ਮੈਂ ਜੋ ਟੁੰਬ ਗਹਿਣਾ ਜੋ ਕੱਪੜਾ ਲੀੜਾ ਇਹਦੇ ਮੈਂ ਘਰ ਰੱਖਿਆ ਹੈ, ਇਹਨੇ ਰਖਵਾਇਆ ਆਪਣੇ। ਕਹਿੰਦਾ ਮੈਂ ਤੇਰਾ ਭਰਾ ਹੀ ਆ, ਮੈਨੂੰ ਭਰਾ ਬਣਾ ਕੇ ਭੈਣ ਬਣਾ ਕੇ ਇਸ ਬੰਦੇ ਨੇ ਮੈਨੂੰ ਲੁੱਟਿਆ, ਮੇਰੀ ਸਾਰੀ ਮੇਰੇ ਬੰਦੇ ਦੀ ਕਮਾਈ ਖਾ ਗਿਆ। ਜਿਸ ਬਾਬਾ ਦਿਲਬਰ ਦੇ ਉੱਤੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ, ਉਹ ਬਾਬਾ ਖੁਦ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ। ਜੋ ਕੋਈ ਕਰਮ ਮੇਰੇ ਨਾਲ ਕਰਦੇ ਗਲਤ ਕਰਮ ਕਰਦੇ ਆ, ਜੋ ਜਿੰਨਾ ਪੈਸਾ ਲਾਉਂਦੇ ਆ ਉਹ ਗਲਤ ਮੇਰੇ ਤੇ ਲਾ ਰਹੇ ਆ। ਨਾ ਮੈਂ ਪੈਸਾ ਲਿਆ ਆ, ਨਾ ਮੈਂ ਦੇ ਦਿਆ ਬਸ ਲਿਆ ਆ, ਨਾ ਮੈਂ ਦੇਣਾ ਆ, ਨਾ ਵਾਸਤਾ। ਚੌਧਰ ਪੁਲਿਸ ਦੇ ਵਿੱਚ ਇਸ ਦੀ ਸ਼ਿਕਾਇਤ ਜ਼ਰੂਰ ਪਹੁੰਚੀ ਹੈ, ਪਰ ਅਜੇ ਮਾਮਲਾ ਦਰਜ ਨਹੀਂ ਹੋਇਆ। ਅਸੀਂ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ, ਜਿੰਨੇ ਵੀ ਹੈਗੇ ਦਿਲਬਰ ਰਾਮ, ਪ੍ਰਦੀਪ, ਰਵਿੰਦਰ ਕੌਰ, ਸਾਰੇ ਜਾਣੇ। ਉਸ ਤੋਂ ਬਾਅਦ ਇਹ ਟਾਈਮ ਲੈ ਕੇ ਗਏ ਸਾਡੇ ਕੋਲੋਂ ਲੜਕੀ ਵਾਲੇ ਵੀ, ਤੇ ਟਾਈਮ ਲੈ ਕੇ ਅਜੇ ਤੱਕ ਵਾਪਸ ਆਏ ਨਹੀਂ ਹੈਗੇ। ਪੁਲਿਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀ ਕਾਰਵਾਈ ਕਰਦੀ ਹੈ, ਇਹ ਜਾਂਚ ਦੇ ਵਿੱਚ ਹੀ ਸਾਫ਼ ਹੋ ਸਕੇਗਾ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜੇਕਰ ਕੋਈ ਭੂਤ ਪ੍ਰੇਤਾਂ ਦਾ ਡਰ ਦਿਖਾ ਕੇ ਕਿਸੇ ਨੂੰ ਲੁੱਟ ਗਿਆ ਤਾਂ ਜ਼ਰੂਰ ਸਵਾਲ ਉੱਠਦੇ ਨੇ। ਖੈਰ ਸੁਚੇਤ ਤਾਂ ਰਹਿਣਾ ਹੋਏਗਾ ਕਿ ਜੇਕਰ ਕੋਈ ਡਰ ਕਿਸੇ ਚੀਜ਼ ਦਾ ਦਿਖਾ ਰਿਹਾ ਹੈ ਔਰ ਪੈਸਾ ਲੁੱਟ ਰਿਹਾ ਹੈ ਤਾਂ ਉਸ ਦੇ ਉੱਤੇ ਕਾਰਵਾਈ ਪੁਲਿਸ ਕੀ ਕਰਦੀ ਹੈ, ਉਸ ਦਾ ਇੰਤਜ਼ਾਰ ਰਹੇਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੁਰੂਗ੍ਰਾਮ ਦੇ ਸੈਕਟਰ 109 ਦੀ ਚਿੰਟਲ ਪੈਰਾਡੀਸੋ ਸੁਸਾਇਟੀ ਦੇ ਡੀ ਟਾਵਰ ਨੂੰ ਜ਼ਮੀਂਦੋਜ਼ ਕੀਤਾ ਜਾਵੇਗਾ। ਚਿੰਟਲ ਪੈਰਾਡੀਸੋ ਦੇ ਟਾਵਰ ਡੀ ਦੇ ਵਿੱਚ ਹੋਏ ਹਾਦਸੇ ਦੀ IIT ਦਿੱਲੀ ਦੀ ਟੀਮ ਨੇ ਆਪਣੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। ਟੀਮ ਨੇ ਇਸ ਟਾਵਰ ਦੀ ਉਸਾਰੀ ਦੇ ਵਿੱਚ ਕਮੀਆਂ ਪਾਈਆਂ ਨੇ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਦੀ ਮੁਰੰਮਤ ਤਕਨੀਕੀ ਅਤੇ ਆਰਥਿਕ ਆਧਾਰ ਦੇ ਉੱਤੇ ਸੰਭਵ ਨਹੀਂ ਹੈ, ਇਸ ਲਈ ਇਸ ਟਾਵਰ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਕੇ ਡੇਗ ਦਿੱਤਾ जावे। और उसके लिए फिर हमने IIT से आग्रह किया है कि इनकी जो E&F की जो टेस्टिंग का है वो जल्दी से जल्दी करके उसकी रिपोर्ट भी हमें सबमिट कर दी जाए। हमें उम्मीद है कि 1 महीने में हमें E&F टावर की रिपोर्ट भी सामने आ जाएगी। ਦੱਸ ਦਈਏ ਕਿ ਗੁਰੂਗ੍ਰਾਮ ਦੇ ਸੈਕਟਰ 109 ਦੇ ਵਿੱਚ ਚਿੰਟਲ ਪੈਰਾਡੀਸੋ ਸੁਸਾਇਟੀ ਦੇ ਟਾਵਰ ਡੀ ਦੇ ਵਿੱਚ ਇਸ ਸਾਲ 10 ਫਰਵਰੀ ਨੂੰ ਹੋਏ ਹਾਦਸੇ ਦੇ ਵਿੱਚ 2 ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਤੋਂ ਬਾਅਦ IIT ਦਿੱਲੀ ਦੀ ਟੀਮ ਨੂੰ ਇਸ ਟਾਵਰ ਦੀ ਸਟਰਕਚਰਲ ਸੇਫਟੀ ਦੀ ਜਾਂਚ ਸੌਂਪੀ ਗਈ, ਜਿਸ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਟਾਵਰ ਦੀ ਉਸਾਰੀ ਦੇ ਵਿੱਚ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ। ਕਾਬਿਲੇ ਗੌਰ ਹੈ ਕਿ ਹਾਲ ਹੀ ਦੇ ਵਿੱਚ ਕੁਝ ਸਮਾਂ ਪਹਿਲਾਂ, ਕੁਝ ਹਫ਼ਤੇ ਪਹਿਲਾਂ ਨੋਇਡਾ ਦੇ ਵਿੱਚ ਟਵਿਨ ਟਾਵਰਸ ਨੂੰ ਡੇਗ ਦਿੱਤਾ ਗਿਆ ਸੀ, ਤਾਂ ਕੁਝ ਉਸ ਤਰੀਕੇ ਨਾਲ ਹੀ ਇਸ ਦੇ ਉੱਤੇ ਵੀ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ। ਖੈਰ ਜਦੋਂ ਘਟੀਆ ਕੁਆਲਿਟੀ ਦੇ ਨਾਲ ਲੋਕਾਂ ਦੇ ਰਹਿਣ ਦੇ ਲਈ ਆਸ਼ਿਆਨੇ ਬਣਾਏ ਜਾਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਹਿਮਾਚਲ ਦੇ ਵੋਟਰਾਂ ਨੂੰ ਸਾਧਨ ਦੀ ਕੋਸ਼ਿਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅੰਮ੍ਰਿਤਸਰ ਦੇ ਵਿੱਚ ਰਾਧਾ ਸਵਾਮੀ ਸਤਸੰਗ ਭਵਨ ਪਹੁੰਚ ਕੇ ਉੱਥੇ ਡੇਰਾ ਮੁਖੀ ਨਾਲ ਮੁਲਾਕਾਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੇਰਾ ਰਾਧਾ ਸਵਾਮੀ ਬਿਆਸ ਪਹੁੰਚਣ ਦੇ ਉੱਤੇ ਉਹਨਾਂ ਦਾ ਸਵਾਗਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦੇ ਨਾਲ ਪੂਰੀ ਡੇਰੇ ਦਾ ਇੱਕ ਚੱਕਰ ਵੀ ਲਗਾਇਆ, ਲੰਗਰ ਹਾਲ ਦੇਖਿਆ। ਪ੍ਰਧਾਨ ਮੰਤਰੀ ਮੋਦੀ ਦੇ ਡੇਰਾ ਮੁਖੀ ਦੇ ਨਾਲ ਹੋਈ ਇਸ ਬੈਠਕ ਨੂੰ ਸਿਆਸੀ ਨਜ਼ਰੀਏ ਦੇ ਨਾਲ ਵੀ ਦੇਖਿਆ ਜਾ ਰਿਹਾ ਹੈ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਉਹ ਡੇਰੇ ਦੇ ਵੋਟਰਾਂ ਨੂੰ BJP ਦੇ ਹੱਕ ਦੇ ਵਿੱਚ ਕਰਨ ਪਹੁੰਚੇ ਸੀ। ਪ੍ਰਧਾਨ ਮੰਤਰੀ ਮੋਦੀ ਦੀ ਇਹ ਮੁਲਾਕਾਤ ਪਹਿਲੀ ਨਹੀਂ ਸੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਡੇਰਾ ਮੁਖੀ ਦੇ ਵਿਚਾਲੇ ਮੁਲਾਕਾਤ ਹੋਈ ਸੀ, ਪਰ ਇਹ ਮੁਲਾਕਾਤ ਡੇਰੇ ਦੇ ਵਿੱਚ ਨਾ ਹੋ ਕੇ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਹੋਈ ਸੀ। ਇਸ ਮੁਲਾਕਾਤ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਦੋਵਾਂ ਦੀ ਅਗਲੀ ਮੁਲਾਕਾਤ ਬਿਆਸ ਡੇਰੇ ਦੇ ਵਿੱਚ ਹੀ ਹੋਵੇਗੀ। ਇਹੀ ਵਾਅਦਾ ਪੂਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਡੇਰੇ ਦੇ ਵਿੱਚ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਡੇਰੇ ਤੋਂ ਸਿੱਧਾ ਹੀ ਹਿਮਾਚਲ ਦੇ ਲਈ ਰਵਾਨਾ ਹੋ ਗਏ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਿਮਾਚਲ ਦੇ ਇਲੈਕਸ਼ਨ ਦਾ ਜ਼ਿਕਰ ਹੋ ਰਿਹਾ ਹੈ, ਪਰ ਗੱਲ ਪਹਿਲੇ ਵੋਟਰ ਦੀ ਦੇਸ਼ ਦੇ। ਜੀ ਹਾਂ, ਭਾਰਤ ਦੇ ਪਹਿਲੇ ਵੋਟਰ ਰਹੇ ਸ਼ਾਮ ਸਰਨ ਨੇਗੀ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ। 106 ਸਾਲ ਦੇ ਦੇਸ਼ ਦੇ ਪਹਿਲੇ ਵੋਟਰ ਨੂੰ ਰਾਜਕੀ ਸਨਮਾਨ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਹਨਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਸ਼ੌਂਗ ਠੋਂਗ ਦੇ ਵਿੱਚ ਸਤਲੁਜ ਕਿਨਾਰੇ ਸ਼ਮਸ਼ਾਨ ਘਾਟ ਤੱਕ ਲੈ ਜਾਂਦਾ ਗਿਆ, ਜਿੱਥੇ ਹੋਮਗਾਰਡ ਬੈਂਡ ਵਜਾ ਕੇ ਰਾਜਕੀ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦੇ ਰਿਹਾ ਸੀ। ਕਿਨੌਰ ਪੁਲਿਸ ਨੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ। ਨੇਗੀ ਦੇ ਅੰਤਿਮ ਸੰਸਕਾਰ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਵੀ शामिल हुए। आज बड़ा दुखद दिन है पूरे किन्नौर के लिए, पूरे भारतवर्ष के लिए, पूरे प्रदेश के लिए कि वो हमें छोड़ के चले गए।
प्रशासन ने सारा प्रोटोकॉल जो है इसमें रखा है। उनके निधन के, उनके क्रीमेशन और बाकी चीज़ों में राजकीय सम्मान के साथ उनको जो है हमने अलविदा कहा है। हिमाचल के किन्नौर जिले के रहने वाले 106 साल के श्याम सरन नेगी ने शुक्रवार देर रात करीब 2 ਵਜੇ आखिरी ਸਾਹ ਲਏ। आज़ादी तो बाद देश ਦੇ ਵਿੱਚ 1951-1952 ਦੇ ਵਿੱਚ ਜਦੋਂ ਪਹਿਲੀ ਵਾਰ ਆਮ ਚੋਣਾਂ ਹੋਈਆਂ ਸਨ ਤਾਂ श्याम सरन नेगी ਨੇ ਹੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਵੋਟ ਕੀਤਾ ਸੀ। इसी महीने होने वाले हिमाचल विधान सभा चोणां दे लई नेगी ने पोलिंग बूथ के उत्ते जाके वोट पाउण की इच्छा जताई सी, पर तबीयत खराब होने की वजह नाल उन्हां दे घर दे उत्ते ही पोस्टल बैलेट पेपर नाल वोट पवाया गया। इस तरह वो दुनिया तो जाण तो पहला भी अपने वोट पाउण का फर्ज अदा कर गए। खैर श्याम सरन नेगी आने वाली पीढ़ियों के लिए भी मिसाल जरूर रहणगे, क्योंकि नौजवान पीढ़ी वोट पाउण तो भी किनारा करती नजर आती है, इस करके वोट परसेंटेज दिखता है। पर श्याम सरन नेगी हर इलैक्शन दे विच वोट करन जरूर जाते रहे हैं। अगे बढ़ते तो खबर हुण राजस्थान तो लवांगे। राजस्थान के कोटा तो जिथे घर दे विच तेंदुआ वड़ गया, जो घर दे विच रसोई च जाके बैठ गया। रसोई दे विच तेंदुए नूं देख के घर दे विच रहन वाला शख्स अते उसदी पत्नी ने खुद नूं कमरे दे विच बंद कर लिया। वो अपनी जान बचाउण दे लई चीखदे रहे अते तेंदुआ किचन दे विच बैठा गुरांदा रहा। लोकां ने दस्सिया कि तेंदुए ने पहलां इत्थे वख-वख थावां दे उत्ते 4 लोकां दे उत्ते हमला भी कीता सी। लोकां दा रौला सुण के वो एक घर दी छत दे उत्ते चढ़ गया। इत्थों पौड़ियां दे सारे उतर के वो घर दी रसोई दे विच वड़ गया। वो सीढ़ियों से ऊपर नीचे उतरा, नीचे बर्तन धो रही थी, फिर तो वो एकदम गाड़ मारता हुआ अंदर कमरे में चला गया। जैसे ही हमने देखा तो हम तो अंदर पीछे कमरे में घुस गए, फिर तो गेट लगा लिया अपना। जंगलात विभाग की टीम जदों मौके ते पहुंची तां तेंदुआ किचन दे विच ही सी। टीम ने उसनूं ट्रैंकुलाइज दे नाल बेहोश कर दिता। इस तो बाद डंडे विच कपड़ा बन के उस दियां अखां दे कोल ले जांदा गया। यह श्योर किया गया कि वह बेहोश हो चुका है। उस तो बाद उसनूं उत्थों लिजाया गया। खैर काबिले गौर है कि जेकर घर दे विच तेंदुआ वड़ा वे तां फिर किवें दा माहौल होएगा, यह हालात हो सकते हैं, अंदाजा लगाया जा सकता है। हुण अगे बढ़दे अगली खबर दा रुख करदे हां। बीबी जगीर कौर दे तेवर होर तल्ख हुंदे होए नजर आ रहे हैं। जी हां, पार्टी ने एतवार दोपहर 12 बजे तक का अल्टीमेटम दिता है, पर जगीर कौर 3 बजे प्रेस कॉन्फ्रेंस करनगे। सस्पेंड करन दे उत्ते अकाली दल नूं सवाल वो जरूर पुछदे नजर आए ने। तां एतवार दोपहर 3 बजे बीबी जगीर कौर दी प्रेस कॉन्फ्रेंस तो अकाली दल साफ कर चुके हैं, फाइनल अल्टीमेटम दे चुके हैं कि दोपहर 12 बजे तक अपना स्टैंड क्लीयर कर दियो। और उस तो बाद हुण अकाली दल की डिसीजन लैंदा है उस दे उत्ते नजर रहेगी। पर 3 बजे बीबी जगीर कौर प्रेस कॉन्फ्रेंस करनगे। तो एतवार नूं 3 बजे तो पहला कि अकाली दल फाइनल अल्टीमेटम तो बाद वाला एक्शन दस देगा, सुना दिता जाएगा, या फिर 3 बजे प्रेस कॉन्फ्रेंस के जरिए बीबी जगीर कौर कुछ बड़ा ऐलान करना चाह रहे हैं। खैर काबिले गौर है कि बीबी जगीर कौर ने साफ कर दिता कि एसजीपीसी इलेक्शन जरूर लड़। अगली खबर का रुख करते हैं। आस्ट्रेलिया के इन्हां दिनी T20 वर्ल्ड कप चल रहे हैं तो खेड रहे भारतीय स्टार विराट कोहली 34 वरियां दे हो गए ने। उन्होंने ग्राउंड के उत्ते अपना जन्मदिन मनाया। टीम इंडिया ग्रुप स्टेज दे विच अपना आखिरी मैच खेडन दे लई मेलबर्न पहुंची हुई है। इस दौरान केक कट के विराट कोहली दा बर्थडे मनाया गया। कोहली दे नाल पैडी अपटन दा भी बर्थडे मनाया गया। दोवां ने केक कट के बर्थडे सैलीब्रेट किया। पैडी अपटन भारतीय टीम दे मेंटल कंडीशनिंग कोच ने। बीसीसीआई ने इसका बकायदा एक वीडियो भी जारी किया। बीसीसीआई ने जो वीडियो शेयर किया है उसके देख सकते हो कि कोहली और पैडी के लिए वख-वख केक सजाए गए। दोवां ने ही इकट्ठे केक कट के जन्मदिन मनाया। केक कटन तो बाद कोहली ने सब तो पहला पैडी नूं केक खिलाया तो फिर पैडी ने कोहली का मुंह मिठा करवाया। इस तो बाद विकेट कीपर बल्लेबाज ऋषभ पंत ने केक लिया और फिर कोहली के चेहरे के उत्ते लगा दिता। तो विराट कोहली के जन्मदिन दी सैलीब्रेशनस ग्राउंड के उत्ते भी नजर आईयां। एतवार नूं भारतीय टीम जिम्बाब्वे के खिलाफ लीग मैचेस का आखिरी मुकाबला खेडेगी। अगे बढ़दे ते बारी अज दे सवाल दी ते उसका जवाब दस्सण दी। असीं सवाल तुहानूं पुछिआ ट्रैफिक पुलिस नूं लैके एक
ਘਟਨਾ ਸਾਹਮਣੇ ਆਈ। ਇਸ ਕਰਕੇ ਟ੍ਰੈਫਿਕ ਪੁਲਿਸ ਦੇ ਨਾਲ ਜੁੜਿਆ ਹੋਇਆ ਸਵਾਲ ਕਿ ਦੁਨੀਆ 'ਚ ਟ੍ਰੈਫਿਕ ਪੁਲਿਸ ਦੀ ਸ਼ੁਰੂਆਤ ਕਦੋਂ ਹੋਈ? 1696, 1722, 1781 ਜਾਂ 1803? ਤਾਂ ਹੁਣ ਸਹੀ ਜਵਾਬ ਕੀ ਹੈ ਉਹ ਤੁਹਾਨੂੰ ਦੱਸਾਂਗੇ। ਔਰ ਜਵਾਬ ਹੈ ਕਿ ਕਰੀਬ 300 ਸਾਲ ਪਹਿਲਾਂ। ਜੀ ਹਾਂ, ਆਪਸ਼ਨ ਬੀ ਸਹੀ ਜਵਾਬ ਹੈ 1722 ਦੇ ਵਿੱਚ। ਅਜਿਹਾ ਮੰਨਿਆ ਜਾਂਦਾ ਹੈ ਕਿ ਤਕਰੀਬਨ 3 ਸਦੀਆਂ ਤੋਂ ਟ੍ਰੈਫਿਕ ਪੁਲਿਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਰਹੀ ਹੈ। 18ਵੀਂ ਸ਼ਤਾਬਦੀ ਦੌਰਾਨ ਸੜਕ ਆਵਾਜਾਈ ਵਧਣ ਲੱਗੀ ਸੀ, ਗੱਡੀਆਂ ਦੀ ਗਿਣਤੀ ਅਤੇ ਰਫ਼ਤਾਰ ਦੋਵੇਂ ਵੱਧ ਰਹੇ ਸਨ। ਅਜਿਹੇ ਦੇ ਵਿੱਚ ਇਸ ਦੇ ਲਈ ਕੁਝ ਕਾਨੂੰਨੀ ਨਿਯਮ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਦੀ ਵਜ੍ਹਾ ਨਾਲ 1722 ਦੇ ਵਿੱਚ ਲੰਡਨ 'ਚ ਆਵਾਜਾਈ ਵਿਵਸਥਾ ਨੂੰ ਚੁਸਤ ਦਰੁਸਤ ਬਣਾਉਣ ਦੇ ਲਈ 3 ਲੋਕਾਂ ਦੀ ਨਿਯੁਕਤੀ ਕੀਤੀ ਗਈ। ਯਾਨੀ ਕਿ ਟ੍ਰੈਫਿਕ ਪੁਲਿਸ ਦੀ ਸ਼ੁਰੂਆਤ ਸਿਰਫ 3 ਮੁਲਾਜ਼ਮਾਂ ਦੇ ਨਾਲ ਹੋਈ। ਉਹਨਾਂ ਤਿੰਨਾਂ ਨੂੰ ਸ਼ਹਿਰ ਦੇ ਵਿੱਚ ਆਵਾਜਾਈ ਖੱਬੇ ਪਾਸੇ ਰਹੇ ਅਤੇ ਲੰਡਨ ਬ੍ਰਿਜ ਦੇ ਉੱਤੇ ਨਾ ਰੁਕੇ ਇਹ ਕੰਮ ਸੌਂਪ ਦਿੱਤਾ ਗਿਆ। ਇਸ ਕੰਮ ਨੂੰ ਅੰਜਾਮ ਦੇਣ ਵਾਲੇ ਉਹਨਾਂ 3 ਲੋਕਾਂ ਨੂੰ ਹੀ ਦੁਨੀਆ ਦੀ ਪਹਿਲੀ ਟ੍ਰੈਫਿਕ ਪੁਲਿਸ ਮੰਨਿਆ ਜਾਂਦਾ ਹੈ। ਔਰ ਅੱਜ ਕੱਲ ਜਿੰਨਾ ਟ੍ਰੈਫਿਕ ਹੈ, ਹਰ ਚੌਂਕ ਦੇ ਉੱਤੇ, ਹਰ ਮੋੜ ਦੇ ਉੱਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਅੱਗੇ ਵਧਦੇ ਹਾਂ ਤੇ ਵਾਰੀ ਹੁਣ ਇਤਿਹਾਸ ਦੀ। ਜੀ ਹਾਂ, 5 ਨਵੰਬਰ ਦਾ ਇਤਿਹਾਸ ਕੀ ਕਹਿੰਦਾ ਹੈ ਉਹ ਤੁਹਾਨੂੰ ਦੱਸਾਂਗੇ। 5 ਨਵੰਬਰ ਦਾ ਇਤਿਹਾਸ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਦੇ ਨਾਲ ਜੁੜਿਆ ਹੋਇਆ ਹੈ। ਜੀ ਹਾਂ, ਪਹਿਲੀ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ 5 ਨਵੰਬਰ 2016 ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ। ਉਸ ਵੇਲੇ ਤੋਂ ਹੀ ਹਰ ਸਾਲ 5 ਨਵੰਬਰ ਨੂੰ ਵਰਲਡ ਸੁਨਾਮੀ ਅਵੇਅਰਨੈਸ ਡੇ ਮਨਾਇਆ ਜਾਂਦਾ ਹੈ। ਸਾਲ 2004 ਦੇ ਵਿੱਚ ਹਿੰਦ ਮਹਾਸਾਗਰ ਦੇ ਵਿੱਚ ਭੂਕੰਪ ਯਾਨੀ ਭੂਚਾਲ ਦੀ ਵਜ੍ਹਾ ਦੇ ਨਾਲ ਸੁਨਾਮੀ ਆਈ, ਜਿਸ ਦੇ ਵਿੱਚ ਤਕਰੀਬਨ 15 ਦੇਸ਼ਾਂ ਦੇ ਵਿੱਚ 5 ਲੱਖ ਲੋਕ ਪ੍ਰਭਾਵਿਤ ਹੋਏ। ਭਾਰਤ ਦੇ ਵਿੱਚ ਵੀ ਸੀ। ਇਹ 26 ਦਸੰਬਰ ਨੂੰ ਆਈ ਸੀ। ਇਹ ਦਿਹਾੜਾ ਜਾਪਾਨ ਦੀ ਪਹਿਲ ਤੋਂ ਬਾਅਦ ਮਨਾਇਆ ਜਾਂਦਾ ਹੈ। ਸੁਨਾਮੀ ਜੋ ਸ਼ਬਦ ਹੈ ਇਹ ਜਾਪਾਨੀ ਸ਼ਬਦ ਤੋਂ ਹੀ ਬਣਿਆ ਹੈ। ਫਰਕ ਤਾਂ ਪੈਂਦਾ ਦੇ ਵਿੱਚ। ਵੇਲਾ ਉਹ ਚਲੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਕਿਉਂਕਿ ਤੁਹਾਡੀ ਫੀਡਬੈਕ ਦੇ ਨਾਲ ਵੀ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ। ਧੰਨਵਾਦ।